प्यारे विद्यार्थियों, मैं डॉक्टर गुरिंदर सिंह एसोसीएट प्रोफैसर मुखी पंजाबी विभाग गुरु नानक खालसा कॉलेज करनाल। मैं आप जी नूं BA भाग तीजा ਸਮੈਸਟਰ 5ਵਾਂ ਦੇ ਪੰਜਾਬੀ ਇਲੈਕਟਿਵ ਦੇ ਸਿਲੇਬਸ ਬਾਰੇ ਵਿਸਥਾਰ ਸਹਿਤ ਜਾਣਕਾਰੀ ਦੇਵਾਂਗਾ। ਸਿਲੇਬਸ ਵਿੱਚ ਲੱਗੀਆਂ ਰਚਨਾਵਾਂ ਦਾ ਮਕਸਦ ਸਿਰਫ ਨੰਬਰ ਲੈਣਾ ਹੀ ਨਹੀਂ ਹੁੰਦਾ, ਸਗੋਂ ਉਹਨਾਂ ਰਚਨਾਵਾਂ ਵਿਚਲੀ ਵਿਚਾਰਧਾਰਾ ਨੂੰ ਆਤਮਸਾਤ ਕਰਨਾ, ਰਚਨਾਕਾਰਾਂ ਦੇ ਜੀਵਨ ਦੇ ਪ੍ਰਭਾਵਸ਼ਾਲੀ ਪੱਖਾਂ ਨੂੰ ਆਤਮਸਾਤ ਕਰਕੇ ਆਪਣੇ ਵਿਅਕਤੀਤਵ ਵਿੱਚ ਨਿਖਾਰ ਲਿਆਉਣਾ ਹੁੰਦਾ ਹੈ। ਸਾਡੇ ਪੰਜਾਬੀ ਦੇ ਸਿਲੇਬਸ ਦੀ ਰੂਪਰੇਖਾ ਇਸ ਪ੍ਰਕਾਰ ਹੈ। ਪਹਿਲਾ ਚੋਣਵਾਂ ਪੰਜਾਬੀ ਕਾਵਿ ਸੰਗ੍ਰਹਿ ਹੈ, ਇਹ 20 ਨੰਬਰ ਦਾ ਹੈ। ਦੂਜੇ ਨੰਬਰ 'ਤੇ ਚੋਣਵਾਂ ਪੰਜਾਬੀ ਗਦ ਸੰਗ੍ਰਹਿ ਹੈ, ਇਹ 20 ਨੰਬਰ ਦਾ ਹੈ। ਤੀਜੇ ਨੰਬਰ 'ਤੇ ਕਾਵਿ ਰੂਪ ਹਨ, ਇਹਦੇ ਵਿੱਚ ਕਿੱਸਾ, ਵਾਰ, ਜੰਗਨਾਮਾ, ਕਾਫੀ, ਬਾਰਾਂਮਾਹ, ਮਹਾਂਕਾਵਿ, ਰੁਬਾਈ, ਗਜ਼ਲ, ਇਹ ਕਾਵਿ ਰੂਪ ਆਉਣਗੇ ਸਿਲੇਬਸ ਵਿੱਚ। ਇਹਨਾਂ ਵਿੱਚੋਂ ਤੁਸੀਂ ਕੋਈ 2 ਕਰਨੇ ਹਨ। ਇਹਨਾਂ ਵਿੱਚ ਇਸ ਕਾਵਿ ਰੂਪ ਦੀ ਪਰਿਭਾਸ਼ਾ ਤੇ ਉਹਨਾਂ ਦੇ ਤੱਤ ਦੀ ਵਿਸਤਾਰ ਬਾਰੇ ਜਾਣਕਾਰੀ ਦੇਣੀ ਹੁੰਦੀ ਹੈ। ਇਸ ਤੋਂ ਬਾਅਦ ਚੌਥੇ ਨੰਬਰ 'ਤੇ ਹੈ ਅਨੁਵਾਦ। ਹਿੰਦੀ ਦਾ ਤੁਹਾਨੂੰ ਇੱਕ ਪੈਰਾ ਆਏਗਾ, ਉਹਦਾ ਅਨੁਵਾਦ ਕਰਨਾ ਹੈ ਪੰਜਾਬੀ ਵਿੱਚ। ਅਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਦੋਂ ਅਸੀਂ ਕੋਈ ਅਨੁਵਾਦ ਕਰਦੇ ਹਾਂ ਤਾਂ ਸਾਡੇ ਕੋਲ ਸਿਰਫ ਅਸੀਂ ਉਹਦੀ ਸਕ੍ਰਿਪਟ ਚੇਂਜ ਨਹੀਂ ਕਰਨੀ, ਉਹਨੂੰ ਗੁਰਮੁਖੀ ਲਿਪੀ ਵਿੱਚ ਨਹੀਂ ਲਿਖਣਾ, ਅਸੀਂ ਉਹਦੀ ਭਾਸ਼ਾ ਬਦਲਣੀ ਹੈ। ਹਿੰਦੀ ਦੀ ਜਗ੍ਹਾ 'ਤੇ ਪੰਜਾਬੀ ਦੇ ਸ਼ਬਦ ਲਿਆਉਣੇ ਹਨ। ਸਿਲੇਬਸ ਜੋ ਪੁਸਤਕਾਂ ਲੱਗੀਆਂ ਹਨ, ਜੋ ਆਪਾਂ ਪਹਿਲੀ ਕਹੀ ਪੋਇਟਰੀ ਦੀ ਪੁਸਤਕ ਜਿਹੜੀ ਹੈ, ਸਾਡੀ ਕਵਿਤਾ ਦੀ ਪੁਸਤਕ ਹੈ, ਉਹਦੇ ਵਿੱਚ ਕਾਵਿ ਜੋਤਾ ਹੈ। ਉਸ ਨੂੰ ਸੰਪਾਦਿਤ ਕੀਤਾ ਹੈ ਪ੍ਰੋਫੈਸਰ ਅਮਰਜੀਤ ਸਿੰਘ ਉਬਰਾਏ ਅਤੇ ਪ੍ਰੋਫੈਸਰ ਗੁਰਦਿਆਲ ਸਿੰਘ ਜੀ ਨੇ। ਦੋਨੋਂ ਹੀ ਵਿਅਕਤੀ ਬਹੁਤ ਪ੍ਰਬੁੱਧ ਵਿਅਕਤੀ ਹਨ ਅਤੇ ਇਹਨਾਂ ਦੀ ਜਿਹੜੀ ਇਹ ਰਚਨਾ ਹੈ, ਇਹਨਾਂ ਨੇ ਸੰਕਲਨ ਕੀਤਾ ਹੈ, ਇਹ ਬਹੁਤ ਹੀ ਨਿੱਠ ਕੇ ਬੜੀ ਮਿਹਨਤ ਨਾਲ ਕੀਤਾ ਹੈ ਔਰ ਬਹੁਤ ਹੀ ਲਾਭਦਾਇਕ ਹੈ। ਇਸ ਵਿੱਚ ਜਿਹੜੇ ਕਵੀ ਇਸ ਸਮੈਸਟਰ ਵਿੱਚ ਪੜ੍ਹੇ ਜਾਣਗੇ ਉਹ ਹਨ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਬਾਬਾ ਫਰੀਦ, ਦਮੋਦਰ ਅਤੇ ਭਾਈ ਗੁਰਦਾਸ ਜੀ। ਦੂਸਰੀ ਪੁਸਤਕ ਹੈ ਗਦ ਦਰਪਣ, ਜਿਸ ਨੂੰ ਸੰਪਾਦਿਤ ਕੀਤਾ ਹੈ ਦਰਸ਼ਨ ਸਿੰਘ ਜੀ ਅਤੇ ਲਲਿਤ ਕੁਮਾਰ ਜੈਨ ਜੀ ਨੇ। ਜਦੋਂ ਅਸੀਂ ਇਹ ਕਿਤਾਬਾਂ ਪੜ੍ਹ ਰਹੇ ਹੋਵਾਂਗੇ ਤਾਂ ਸਾਨੂੰ ਜੋ ਚੀਜ਼ਾਂ ਧਿਆਨ ਵਿੱਚ ਰੱਖਣੀਆਂ ਹਨ ਉਹ ਇਹ ਹਨ ਕਿ ਕਾਵਿ ਜੋਤਾਂ ਵਿੱਚ 2 ਪ੍ਰਸ਼ਨ ਪੁੱਛੇ ਜਾਣਗੇ। ਪਹਿਲਾ ਪ੍ਰਸ਼ਨ ਸਿਲੇਬਸ ਵਿੱਚ ਲੱਗੇ ਕਵੀਆਂ ਦੇ ਜੀਵਨ, ਰਚਨਾ ਦ੍ਰਿਸ਼ਟੀ ਅਤੇ ਪੰਜਾਬੀ ਕਵਿਤਾ ਵਿੱਚ ਬਣਦੇ ਸਥਾਨ ਨਾਲ ਸੰਬੰਧਿਤ ਪੁੱਛਿਆ ਜਾਵੇਗਾ। ਇਹ ਸਵਾਲ ਇਸ ਤਰ੍ਹਾਂ ਪੁੱਛਿਆ ਜਾਵੇਗਾ ਕਿ ਵਿਦਿਆਰਥੀ ਇਸ ਦਾ ਜਵਾਬ ਸੰਖੇਪ ਰੂਪ ਵਿੱਚ ਲਗਭਗ 250 ਤੋਂ 300 ਸ਼ਬਦ ਵਿੱਚ ਦੇ ਸਕੇ। ਇਹ ਸਵਾਲ 5 ਨੰਬਰ ਦਾ ਹੋਵੇਗਾ। ਦੂਸਰਾ ਸਵਾਲ ਪ੍ਰਸ਼ੰਸਕ ਵਿਆਖਿਆ ਦਾ ਹੋਵੇਗਾ। 4 ਪੈਰੇ ਪ੍ਰਸ਼ੰਸਕ ਵਿਆਖਿਆ ਲਈ ਦਿੱਤੇ ਜਾਣਗੇ ਅਤੇ ਵਿਦਿਆਰਥੀ ਨੂੰ ਇਹਨਾਂ ਵਿੱਚ ਕੋਈ 2 ਕਰਨੇ ਹੋਣਗੇ। ਇਹ ਸਵਾਲ 5x5 10 ਨੰਬਰ ਦਾ ਹੋਵੇਗਾ। ਹਾਂ, ਪ੍ਰਸੰਗ ਵਿੱਚ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਜਦੋਂ ਅਸੀਂ ਪ੍ਰਸੰਗ ਲਿਖਦੇ ਹਾਂ ਤਾਂ ਉਹਦੇ ਵਿੱਚ ਸਾਨੂੰ ਉਸ ਰਚਨਾ ਦਾ ਪਤਾ ਹੋਣਾ ਚਾਹੀਦਾ ਹੈ ਕਿ ਰਚਨਾ ਕਿਹੜੀ ਹੈ, ਉਸ ਦਾ ਲੇਖਕ ਕੌਣ ਹੈ, ਪੁਸਤਕ ਦਾ ਨਾਮ ਕੀ ਹੈ ਅਤੇ ਉਸ ਦਾ ਸੰਪਾਦਕ ਕੌਣ ਹੈ। ਦੂਸਰਾ ਕਿ ਜੋ ਉਸ ਕਵੀ ਜਿਸ ਦੀ ਇਹ ਰਚਨਾ ਹੈ ਉਹਦਾ ਕਿਸ ਵਿਚਾਰਧਾਰਾ ਦਾ ਹੈ, ਇਹੋ ਜਿਹੀ ਜਾਣਕਾਰੀ ਜਿਹੜੀ ਸਾਨੂੰ ਇਹਦੇ ਵਿੱਚ ਦੇਣੀ ਚਾਹੀਦੀ ਹੈ ਤਾਂ ਕਿ ਇਸ ਦਾ ਪ੍ਰਭਾਵ ਜਿਹੜਾ ਹੈ ਉਹ ਐਗਜ਼ਾਮਨਰ 'ਤੇ ਵੀ ਪਵੇ। ਦੂਸਰਾ, ਜਦੋਂ ਵਿਆਖਿਆ ਕਰਨੀ ਹੈ ਅਤੇ ਵਿਆਖਿਆ ਤਾਂ ਜਦੋਂ ਉਸ ਨੂੰ ਪੜ੍ਹੋਗੇ ਜੋ ਉਹਦੇ ਵਿੱਚ ਦਿੱਤਾ ਹੋਇਆ ਹੈ ਉਸ ਨੂੰ ਸਰਲ ਸ਼ਬਦਾਂ ਵਿੱਚ ਤੁਸੀਂ ਉਹਦੀ ਵਿਆਖਿਆ ਕਰਨੀ ਹੈ ਔਰ ਉਸ ਤੋਂ ਅੰਤ ਵਿੱਚ ਉਹਦਾ ਕੇਂਦਰੀ ਭਾਵ ਜਿਹੜਾ ਹੈ ਉਹ ਜ਼ਰੂਰ ਲਿਖਣਾ ਹੈ। ਇਹ ਕਾਵਿ ਜੋਤਾਂ ਬਾਰੇ ਸੀਗਾ। ਉਸ ਤੋਂ ਅੱਗੇ ਗਦ ਦਰਪਣ ਹੈ। ਗਦ ਦਰਪਣ ਵਿੱਚ ਵੀ 2 ਪ੍ਰਸ਼ਨ ਪੁੱਛੇ ਜਾਣਗੇ। ਪਹਿਲਾ ਪ੍ਰਸ਼ਨ ਸਿਲੇਬਸ ਵਿੱਚ ਲੱਗੇ ਗਦਕਾਰਾਂ ਦੇ ਜੀਵਨ, ਰਚਨਾ ਦ੍ਰਿਸ਼ਟੀ ਅਤੇ ਪੰਜਾਬੀ ਗਦ ਪਰੰਪਰਾ ਵਿੱਚ ਬਣਦੇ ਸਥਾਨ ਨਾਲ ਸੰਬੰਧਿਤ ਪੁੱਛਿਆ ਜਾਵੇਗਾ। ਇਹ ਸਵਾਲ ਇਸ ਤਰ੍ਹਾਂ ਪੁੱਛਿਆ ਜਾਵੇਗਾ ਕਿ ਵਿਦਿਆਰਥੀ ਇਸ ਦਾ ਜਵਾਬ ਸੰਖੇਪ ਰੂਪ ਵਿੱਚ ਲਗਭਗ 250 ਤੋਂ 300 ਸ਼ਬਦਾਂ ਵਿੱਚ ਦੇ ਸਕਣਗੇ। ਇਹ ਸਵਾਲ 5 ਨੰਬਰ ਦਾ ਹੋਵੇਗਾ। ਦੂਸਰਾ ਸਵਾਲ ਸਿਲੇਬਸ ਵਿੱਚ ਲੱਗੀਆਂ ਗਦ ਰਚਨਾਵਾਂ, ਵਿਸ਼ੇ ਵਸਤੂ, ਸਾਰ, ਸਾਹਿਤਕ ਮੁਲਾਂਕਣ ਜਾਂ ਅਜਿਹਾ ਸਵਾਲ ਪੁੱਛਿਆ ਜਾ ਸਕਦਾ ਹੈ ਜੋ ਸਿਲੇਬਸ ਵਿੱਚ ਲੱਗੀ ਗਦ ਰਚਨਾ ਦੇ ਮੁੱਲ ਨੂੰ ਪ੍ਰਗਟ ਕਰਦਾ ਹੋਵੇ। ਸਵਾਲ ਅੰਦਰੂਨੀ ਛੂਟ ਨਾਲ ਪੁੱਛਿਆ ਜਾਵੇਗਾ, ਜਾਣੀ ਕਿ 2 ਸਵਾਲ ਆਉਣਗੇ, ਉਹਨਾਂ 'ਚੋਂ 1 ਕਰਨਾ ਹੋਵੇਗਾ। ਇਹ ਸਵਾਲ ਵੀ
10 ਨੰਬਰਾਂ ਦਾ ਹੋਵੇਗਾ। ਸਿਲੇਬਸ ਵਿੱਚ ਨਿਰਧਾਰਿਤ ਕਾਵਿ ਰੂਪਾਂ ਵਿੱਚੋਂ ਕਿਸੇ ਕਾਵਿ ਰੂਪਾਂ ਬਾਰੇ ਪੁੱਛਿਆ ਜਾਵੇਗਾ ਅਤੇ ਵਿਦਿਆਰਥੀ ਨੇ ਉਹਨਾਂ ਪੁੱਛੇ ਗਏ 4 ਕਾਵਿ ਰੂਪਾਂ ਵਿੱਚੋਂ 2 ਕਾਵਿ ਰੂਪ ਕਰਨੇ ਹੋਣਗੇ। ਇਹ ਪ੍ਰਸ਼ਨ 10 × 10 20 ਨੰਬਰ ਦਾ ਹੋਵੇਗਾ। 200 ਤੋਂ 250 ਸ਼ਬਦਾਂ ਦਾ ਹਿੰਦੀ ਭਾਸ਼ਾ ਵਿੱਚ ਪਹਿਰਾ ਦਿੱਤਾ ਜਾਵੇਗਾ, ਜਿਸ ਨੂੰ ਵਿਦਿਆਰਥੀ ਨੇ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕਰਨਾ ਹੋਵੇਗਾ। ਮੈਂ ਫਿਰ ਦੁਬਾਰਾ ਦੱਸ ਰਿਹਾ ਹਾਂ ਕਿ ਇੱਥੇ ਤੁਸੀਂ ਲਿਪੀ ਪਰਿਵਰਤਨ ਨਹੀਂ ਕਰਨਾ, ਉਸ ਦਾ ਅਨੁਵਾਦ ਕਰਨਾ ਹੈ। ਔਰ ਇਹਦੇ ਲਈ ਤੁਹਾਡੇ ਕੋਲ ਪੰਜਾਬੀ ਦਾ ਸ਼ਬਦ ਭੰਡਾਰ ਜਿਹੜਾ ਹੈ ਬਹੁਤ ਵਧੀਆ ਹੋਣਾ ਚਾਹੀਦਾ ਹੈ। ਵਧੀਆ ਚੰਗੇ ਸ਼ਬਦ ਵਰਤੋਗੇ, ਢੁਕਵੇਂ ਸ਼ਬਦ ਵਰਤੋਗੇ ਤਾਂ ਹੀ ਤੁਹਾਨੂੰ ਇਹ ਨੰਬਰ ਮਿਲਣਗੇ। ਇਹ ਪ੍ਰਸ਼ਨ ਵੀ 20 ਨੰਬਰ ਦਾ ਹੈ। ਆਖਰੀ ਸਵਾਲ ਸਿਲੇਬਸ ਵਿੱਚ ਲੱਗੀਆਂ ਪੁਸਤਕਾਂ ਵਿੱਚੋਂ 10 ਵਸਤੂਨਿਸ਼ਠ ਪ੍ਰਸ਼ਨ ਹੋਣਗੇ। 5 ਕਾਵਿ ਤਰੰਗਾਂ ਵਿੱਚੋਂ, 5 ਗਰਦ ਦਰਪਣ ਵਿੱਚੋਂ ਹੋਣਗੇ। ਹਰ ਪ੍ਰਸ਼ਨ ਦੇ ਥੱਲੇ 4 ਵਿਕਲਪ ਦਿੱਤੇ ਹੋਣਗੇ। ਵਿਦਿਆਰਥੀ ਨੇ ਸਹੀ ਵਿਕਲਪ ਲਿਖਣਾ ਹੈ। ਇਹ ਸਵਾਲ 10 ਨੰਬਰ ਦਾ ਹੋਵੇਗਾ। ਇੱਥੇ ਮੈਂ ਹੋਰ ਤੁਹਾਨੂੰ ਇੰਸਟਰਕਸ਼ਨ ਦਿੰਦਾ ਹਾਂ ਕਿ ਬਹੁਤ ਸਾਰੇ ਵਿਦਿਆਰਥੀ ਜਿਹੜੇ ਆ ਇਕੱਲਾ ਨੰਬਰ ਪਾ ਕੇ ਅੱਗੇ ਜਵਾਬ ਲਿਖ ਦਿੰਦੇ ਆ, ਜਦ ਕਿ ਚਾਹੀਦਾ ਇਹ ਹੈ ਕਿ ਨੰਬਰ ਅੱਗੇ ਪਾ ਕੇ ਉਸਦਾ ਪ੍ਰਸ਼ਨ ਲਿਖਿਆ ਜਾਵੇ ਅਤੇ ਉਸ ਥੱਲੇ ਉਸਦਾ ਜਵਾਬ ਦਿੱਤਾ ਜਾਵੇ। ਇਹ ਸੀਗਾ ਸਾਡੇ ਸਿਲੇਬਸ ਵਿੱਚ ਜੋ ਅਸੀਂ ਪੂਰੇ ਸਮੈਸਟਰ ਵਿੱਚ ਕਰਨਾ ਹੈ, ਉਸ ਬਾਰੇ ਜਾਣਕਾਰੀ। ਹੁਣ ਇਹਦੇ ਵਿੱਚ ਜੋ ਪੁਸਤਕਾਂ 2 ਪੁਸਤਕਾਂ ਲੱਗੀਆਂ ਹੋਈਆਂ ਹਨ, ਕਾਵਿ ਜੋਤਾਂ ਅਤੇ ਗਦ ਦਰਪਣ, ਮੈਂ ਤੁਹਾਨੂੰ ਉਹਨਾਂ ਬਾਰੇ ਜਾਣਕਾਰੀ ਦੱਸ ਦਿੰਦਾ ਹਾਂ ਕਿ ਉਹਨਾਂ ਦੇ ਵਿੱਚ ਕੀ ਹੈ ਅਤੇ ਅਸੀਂ ਕੀ ਕਰਨਾ ਹੈ। ਕਾਵਿ ਜੋਤਾਂ ਪੁਸਤਕ ਜੋ ਕਿ ਸਾਡੇ ਸਿਲੇਬਸ ਵਿੱਚ ਲੱਗੀ ਹੋਈ ਹੈ, ਇਸ ਦੇ ਮੁੱਖ ਸੰਪਾਦਕ ਹਨ ਪ੍ਰੋਫੈਸਰ ਅਮਰਜੀਤ ਸਿੰਘ ਕਾਂਗ, ਜੋ ਕਿ ਯੂਨੀਵਰਸਿਟੀ ਕੁਰੂਕਸ਼ੇਤਰ ਵਿਭਾਗ ਦੇ ਚੇਅਰਮੈਨ ਵੀ ਰਹੇ ਹਨ। ਇਹਦੇ ਸੰਪਾਦਕ ਹਨ ਪ੍ਰੋਫੈਸਰ ਅਮਰਜੀਤ ਸਿੰਘ ਉਬਰਾਏ, ਸਰਕਾਰੀ ਕਾਲਜ ਕਾਲਕਾ ਤੋਂ ਰਿਟਾਇਰ ਹੋਏ ਹਨ। ਡਾਕਟਰ ਗੁਰਦਿਆਲ ਸਿੰਘ ਗੁਰੂ ਨਾਨਕ ਖਾਲਸਾ ਕਾਲਜ ਕਰਨਾਲ ਤੋਂ ਰਿਟਾਇਰ ਹੋਏ ਹਨ। ਦੋਨੋਂ ਹੀ ਬਹੁਤ ਪ੍ਰਬੁੱਧ ਵਿਦਵਾਨ ਹਨ। ਪੁਸਤਕ ਕਾਵਿ ਜੋਤਾਂ ਵਿੱਚ ਮੱਧਕਾਲੀ ਪੰਜਾਬੀ ਕਵਿਤਾ ਦੀਆਂ ਵਿਭਿੰਨ ਗੌਰਵਮਈ ਕਾਵਿ ਪਰੰਪਰਾਵਾਂ ਦੀ ਪ੍ਰਤੀਨਿਧ ਕਵਿਤਾ ਸ਼ਾਮਲ ਕੀਤੀ ਗਈ ਹੈ। ਇਹਨਾਂ ਕਾਵਿ ਪਰੰਪਰਾਵਾਂ ਵਿੱਚੋਂ ਗੁਰਮਤ ਕਾਵਿ, ਸੂਫੀ ਕਾਵਿ, ਕਿੱਸਾ ਕਾਵਿ ਅਤੇ ਵਾਰ ਕਾਵਿ ਪਰੰਪਰਾ ਦੇ ਦਰਸ਼ਨ ਹੋਣਗੇ। ਇਸ ਵਿੱਚ ਪੇਸ਼ ਸਾਰੀਆਂ ਰਚਨਾਵਾਂ ਮੱਧਕਾਲੀ ਪੰਜਾਬੀ ਕਵਿਤਾ ਦੇ ਗੌਰਵਮਈ ਵਿਰਸੇ ਦੀ ਪ੍ਰਤੀਨਿਧਤਾ ਕਰਦੀਆਂ ਹਨ। ਕਾਵਿ ਜੋਤਾਂ ਵਿੱਚ ਜਿਹੜੀਆਂ ਵਿਭਿੰਨ ਕਾਵਿ ਪਰੰਪਰਾਵਾਂ ਸ਼ਾਮਲ ਹਨ, ਉਹਨਾਂ ਦੀ ਸਮੁੱਚੀ ਰਚਨਾਤਮਕ ਪ੍ਰਾਪਤੀ ਦਾ ਕੇਂਦਰੀ ਸੂਤਰ ਉਘੜਦਾ ਹੈ। ਉਹ ਇਹ ਹੈ ਕਿ ਇਸ ਵਿੱਚ ਮਨੁੱਖ ਨੂੰ ਲੌਕਿਕਤਾ ਦੇ ਝਰੋਖੇ ਵਿੱਚੋਂ ਪਾਰਲੌਕਿਕਤਾ ਅਤੇ ਪਾਰਲੌਕਿਕਤਾ ਦੇ ਝਰੋਖੇ ਵਿੱਚੋਂ ਲੌਕਿਕਤਾ ਦੇ ਦੀਦਾਰ ਹੁੰਦੇ ਹਨ। ਗੁਰਮਤ ਅਤੇ ਸੂਫੀ ਕਾਵਿ ਪਰੰਪਰਾਵਾਂ ਵਿੱਚ ਜੇਕਰ ਅਧਿਆਤਮਿਕ ਰੰਗ ਪ੍ਰਮੁੱਖ ਹੈ ਤਾਂ ਇਹ ਰੰਗ ਮਨੁੱਖੀ ਸ਼ਕਤੀ ਦੇ ਜਾਂ ਮਨੁੱਖ ਦੀ ਮੁਕਤੀ ਦੇ ਮਾਰਗ ਵਿੱਚ ਰੰਗਿਆ ਹੋਇਆ ਹੈ। ਕਿੱਸਾ ਕਾਵਿ ਪਰੰਪਰਾ ਵਿੱਚ ਮਾਨਵੀ ਇੱਛਾਵਾਂ ਅਤੇ ਮਨੁੱਖ ਦੀ ਆਤਮ ਪਛਾਣ ਦੇ ਮਸਲੇ ਨੂੰ ਸਿਰਜਣਾਤਮਕ ਚਰਿੱਤਰ ਵਿੱਚ ਢਾਲਿਆ ਗਿਆ ਹੈ। ਵਾਰ ਕਾਵਿ ਪਰੰਪਰਾ ਵਿੱਚ ਮਨੁੱਖ ਦੇ ਉਸ ਚਰਿੱਤਰ ਨੂੰ ਪ੍ਰਗਟਾਵਾ ਮਿਲਿਆ ਹੈ ਜੋ ਸੱਚ ਧਰਮ ਦੀ ਰੱਖਿਆ ਨਾਲ ਜੂਝਦਾ ਹੈ ਅਤੇ ਜੂਝਦਾ ਹੋਇਆ ਬੁਰਾਈ ਨੂੰ ਖਤਮ ਕਰਦਾ ਹੈ। ਇਸ ਪ੍ਰਕਾਰ ਇਸ ਪੁਸਤਕ ਵਿੱਚ ਆਪ ਜਿਹੇ ਵਿਦਿਆਰਥੀਆਂ ਨੂੰ ਧਾਰਮਿਕ, ਨੈਤਿਕ ਅਤੇ ਸਮਾਜਿਕ ਕਦਰਾਂ ਕੀਮਤਾਂ ਤੋਂ ਜਾਣੂ ਕਰਵਾਉਂਦਿਆਂ ਹੋਇਆਂ ਆਪ ਦੇ ਚਰਿੱਤਰ ਵਿਕਾਸ ਲਈ ਸਹਾਈ ਹੁੰਦੀ ਹੈ। ਇਸ ਵਿੱਚ ਜੋ ਪਹਿਲੇ ਕਵੀ ਅਸੀਂ ਪੜ੍ਹਦੇ ਹਨ ਉਹ ਹਨ ਗੁਰੂ ਨਾਨਕ ਦੇਵ ਜੀ। ਗੁਰੂ ਨਾਨਕ ਦੇਵ ਜੀ ਕੇਵਲ ਸਮਾਜ ਸੁਧਾਰਕ ਜਾਂ ਧਾਰਮਿਕ ਆਗੂ ਹੀ ਨਹੀਂ ਸਨ, ਸਗੋਂ ਉੱਚ ਕੋਟੀ ਦੇ ਕਵੀ ਅਤੇ ਸੰਗੀਤਗਿਆ ਵੀ ਸਨ। ਆਪ ਜੀ ਨੇ ਆਪਣੀ ਰਚਨਾਵਾਂ ਰਾਹੀਂ ਜਿੱਥੇ ਮਨੁੱਖ ਮਾਤਰ ਦੇ ਕਲਿਆਣ ਹਿੱਤ ਸੇਧ ਦਿੱਤੀ ਹੈ, ਉੱਥੇ ਪੰਜਾਬੀ ਸਾਹਿਤ ਦੇ ਖਜ਼ਾਨੇ ਨੂੰ ਸਦੀਵੀ ਕੀਮਤ ਰੱਖਣ ਵਾਲੀ ਬਾਣੀ ਨਾਲ ਮਾਲਾਮਾਲ ਵੀ ਕੀਤਾ ਹੈ। ਪੰਜਾਬੀ ਸਾਹਿਤ ਵਿੱਚ ਗੁਰਮਤਿ ਕਾਵਿ ਦੇ ਮੋਢੀ ਗੁਰੂ ਨਾਨਕ ਦੇਵ ਜੀ ਹੀ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ 31 ਰਾਗਾਂ ਵਿੱਚ ਬਾਣੀ ਦਰਜ ਹੈ। ਇਹਨਾਂ ਰਾਗਾਂ ਵਿੱਚੋਂ ਆਪ ਜੀ ਨੇ 20 ਰਾਗਾਂ ਵਿੱਚ ਬਾਣੀ ਰਚੀ ਹੈ। ਆਪ ਜੀ ਦੀ ਰਚਨਾ ਵਿੱਚੋਂ ਆਪ ਦੀ ਅਦੁੱਤੀ ਸ਼ਖਸੀਅਤ ਦਾ ਪ੍ਰਮਾਣ ਮਿਲਦਾ ਹੈ। ਆਪ ਜੀ ਦੇ ਇੱਕ ਮਹਾਨ ਕਵੀ, ਸੁਧਾਰਕ, ਧਾਰਮਿਕ ਆਗੂ, ਭਗਤ, ਬੁੱਧੀਮਾਨ, ਫਿਲਾਸਫਰ ਅਤੇ ਪੈਗੰਬਰ ਵਾਲੇ ਗੁਣ ਸਨ। ਜਪਜੀ, ਸਿੱਧ ਗੋਸ਼ਟ, ਰਾਗ ਆਸਾ, ਪੱਟੀ, 3 ਵਾਰਾਂ, ਆਸਾ, ਮਾਝ ਅਤੇ ਮਲਹਾਰ ਰਾਗ ਵਿੱਚ
ਬਾਰਾਂਮਾਹ ਤੁਖਾਰੀ, ਸੋਹਿਲਾ, ਪਹਿਰੇ, ਵਣਜਾਰੇ, ਅਲਾਹੁਣੀਆਂ, ਬਾਬਰ ਬਾਣੀ, ਸ਼ਲੋਕ, ਅਸ਼ਟਪਦੀਆਂ ਅਤੇ ਰੇਖਤਾ ਆਦਿ ਇਹਨਾਂ ਦੀ ਰਚਨਾਵਾਂ ਹਨ। ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਇਹਨਾਂ ਦੀ ਰਚਨਾ ਜਿਹੜੀ ਹੈ ਸਭ ਤੋਂ ਵੱਧ ਹੈ। ਸਾਡੀ ਇਸ ਕਾਵਿ ਜੋਤਾਂ ਵਿੱਚ ਇਹਨਾਂ ਦੀ ਜਿਹੜੀ ਰਚਨਾਵਾਂ ਸਿਰਲੇਖ ਹੇਠ 7 ਸਿਰਲੇਖਾਂ ਹੇਠ ਥੱਲੇ ਆਈਆਂ ਹਨ। ਇਹਨਾਂ 'ਚ ਪਹਿਲੀ ਹੈ ਸੋ ਕਿਉ ਮੰਦਾ ਆਖੀਐ। ਇਸ ਰਚਨਾ ਵਿੱਚ ਗੁਰੂ ਨਾਨਕ ਦੇਵ ਜੀ ਨੇ ਸਮਾਜ ਵਿੱਚ ਇਸਤਰੀ ਦੀ ਥਾਂ ਬਾਰੇ ਚਰਚਾ ਕਰਦੇ ਹੋਏ ਇਹ ਕਿਹਾ ਹੈ ਕਿ ਸੋ ਕਿਉ ਮੰਦੇ ਆਖੀਏ ਜਿਤ ਜੰਮੇ ਰਾਜਾਨ। ਗੁਰੂ ਨਾਨਕ ਕਾਲ ਵਿੱਚ ਇਸਤਰੀ ਦਸ਼ਾ ਬਹੁਤ ਨਿਗਰੀ ਹੋਈ ਸੀ, ਸੋ ਉਹਨਾਂ ਨੇ ਇਸ ਦੇ ਹੱਕ ਵਿੱਚ ਆਵਾਜ਼ ਉਠਾ ਕੇ ਉਸ ਦਾ ਮਾਣ ਸਤਿਕਾਰ ਕਰਨ ਦੀ ਪ੍ਰੇਰਨਾ ਦਿੱਤੀ ਹੈ। ਦੂਜੀ ਰਚਨਾ ਹੈ ਬਾਜਗੁਰੂ ਡੁੱਬਾ ਸੰਸਾਰ। ਇਸ ਰਚਨਾ ਵਿੱਚ ਮਨੁੱਖ ਦੀਆਂ ਜਨਮ ਸਮੇਂ ਤੋਂ ਮਰਨ ਸਮੇਂ ਤੱਕ 10 ਅਵਸਥਾਵਾਂ ਦਾ ਜ਼ਿਕਰ ਕੀਤਾ ਹੈ ਅਤੇ ਇਹ ਗਿਆਨ ਦਿੱਤਾ ਹੈ ਕਿ ਗੁਰੂ ਦੀ ਸ਼ਰਨ ਵਿੱਚ ਗਏ ਬਿਨਾਂ ਇਹ ਸੰਸਾਰ ਅਗਿਆਨਤਾ ਦੇ ਹਨੇਰੇ ਵਿੱਚ ਡੁੱਬਾ ਹੋਇਆ ਹੈ ਅਤੇ ਜੇ ਇਸ ਵਿੱਚ ਤੁਸੀਂ ਗਿਆਨ ਰੂਪੀ ਚਾਨਣ ਵਿੱਚ ਆਉਣਾ ਹੈ ਤਾਂ ਗੁਰੂ ਦਾ ਪੱਲਾ ਜਿਹੜਾ ਹੈ ਤੁਹਾਨੂੰ ਫੜਨਾ ਹੀ ਪਵੇਗਾ। ਤੀਸਰੀ ਰਚਨਾ ਹੈ ਸਿਮਲ ਰੁੱਖ ਸਰਾਏਰਾ। ਇਸ ਰਚਨਾ ਵਿੱਚ ਮਨੁੱਖ ਨੂੰ ਹੰਕਾਰ ਕਰਨ ਤੋਂ ਵਰਜਦਿਆਂ ਹੋਇਆਂ ਧਰਤ ਰਾਜੂ ਤੋਲੀਐ ਨਿਵੇਂ ਸਗੋਰਾ ਹੋਏ ਦਾ ਸੰਦੇਸ਼ ਦਿੱਤਾ ਹੈ। ਮਨੁੱਖ ਨੂੰ ਆਪਣਾ ਮਨ ਹੰਕਾਰ ਮੁਕਤ ਅਤੇ ਨੀਵਾਂ ਰੱਖਣ ਦਾ ਸੰਦੇਸ਼ ਵੀ ਦਿੱਤਾ ਗਿਆ ਹੈ। ਚੌਥੀ ਰਚਨਾ ਹੈ ਪੰਚ ਪ੍ਰਵਾਨ। ਪੰਚ ਪ੍ਰਧਾਨ ਵਿੱਚ ਕਾਦਰ ਦੇ ਦਰ 'ਤੇ 5 ਜਨਾਂ ਦਾ ਸਥਾਨ। ਪੰਚਾਂ ਤੋਂ ਭਾਵ ਉਹ ਮਨੁੱਖ ਜੋ ਗੁਰੂ ਦੁਆਰਾ ਦੱਸੇ ਹੋਏ ਕਾਦਰ ਦੇ ਰਸਤੇ 'ਤੇ ਚੱਲਦੇ ਹਨ ਅਤੇ ਕਾਦਰ ਦੁਆਰਾ ਸਿਰਜਿਤ ਕੀਤੀ ਕੁਦਰਤ ਦਾ ਨਿਰਮਾਣ ਦਾ ਪਾਲਣ ਕਰਦੇ ਹਨ ਅਤੇ ਉਸ ਬਾਰੇ ਗਿਆਨ ਦਿੰਦਿਆਂ ਹੋਇਆ ਉਹਨਾਂ ਨੇ ਕਿਹਾ ਹੈ ਕੀਤਾ ਪਸਾਓ ਏਕੋ ਕਵਾਓ, ਭਾਵ ਉਹ ਬਲਿਹਾਰੀ ਸਦਾ ਸਲਾਮਤ ਰਹਿਣ ਵਾਲਾ ਨਿਰੰਕਾਰ ਹੈ ਅਤੇ ਉਸ ਨੇ ਆਪਣੇ ਇੱਕ ਸ਼ਬਦ ਨਾਲ, ਇੱਕ ਸ਼ਬਦ ਦੇ ਉਚਾਰਨ ਨਾਲ ਹੀ ਪੂਰੀ ਇਸ ਕਾਇਨਾਤ ਦਾ ਜਿਹੜਾ ਹੈ ਆਗਾਜ਼ ਕੀਤਾ ਹੈ। ਅਗਲੀਆਂ 2 ਰਚਨਾਵਾਂ ਹਨ ਖੁਰਾਸਾਨ ਖਸਮਾਨਾ ਕੀਆ ਅਤੇ ਜਿਨਸਰ ਸੋਹਣ ਪੱਟੀਆਂ। ਇਹ ਦੋਨਾਂ ਰਚਨਾਵਾਂ ਬਾਬਰ ਜਦੋਂ ਹਿੰਦੁਸਤਾਨ 'ਤੇ ਜੰਮ ਦੇ ਰੂਪ ਵਿੱਚ ਹਮਲਾ ਕਰਦਾ ਹੈ ਉਸ ਦ੍ਰਿਸ਼ ਨੂੰ ਦਿਖਾਇਆ ਗਿਆ ਹੈ ਅਤੇ ਪਰਮਾਤਮਾ ਅਜਿਹਾ ਵਰਤਾਰਾ ਉਹਨਾਂ ਲੋਕਾਂ ਨਾਲ ਕਰਦਾ ਹੈ ਜਿਹੜੇ ਪਰਮਾਤਮਾ ਨੂੰ ਵਿਸਾਰ ਦਿੰਦੇ ਹਨ। ਇਸ ਬਾਰੇ ਉਹਨਾਂ ਨੇ ਦੱਸਿਆ ਹੈ। 12ਵਾਂ ਵਿੱਚ ਉਹਨਾਂ ਨੇ ਮਨੁੱਖ ਮਾਤਰ ਨੂੰ ਹਰ ਵਕਤ, ਹਰ ਮਹੀਨੇ, ਹਰ ਰੁੱਤ ਵਿੱਚ ਪਰਮਾਤਮਾ ਨਾਲ ਜੁੜਨ ਦਾ ਸੰਦੇਸ਼ ਦਿੱਤਾ ਹੈ ਅਤੇ ਸ਼ਲੋਕਾਂ ਵਿੱਚ ਮਨੁੱਖ ਮਾਤਰ ਨੂੰ ਸਮਾਜਿਕ ਜੀਵਨ ਜਿਉਂਦਿਆਂ ਕਿਵੇਂ ਪਰਮਾਤਮਾ ਦੀ ਬੰਦਗੀ ਕਰਨੀ ਹੈ ਅਤੇ ਕਿਵੇਂ ਜੀਵਨ ਜਿਉਣਾ ਚਾਹੀਦਾ ਹੈ ਇਸ ਗੱਲ ਦਾ ਸੰਦੇਸ਼ ਦਿੱਤਾ ਹੈ। ਅਗਲੀ ਰਚਨਾ ਹੈ ਜਿਹੜੀ ਗੁਰੂ ਅੰਗਦ ਦੇਵ ਜੀ ਦੀ। ਗੁਰੂ ਅੰਗਦ ਦੇਵ ਜੀ ਭਾਈ ਲਹਿਣਾ ਜੀ ਜੋ ਕਿ ਬਾਅਦ ਵਿੱਚ ਗੁਰੂ ਅੰਗਦ ਦੇਵ ਜੀ ਬਣੇ, ਇਹ ਗੁਰੂ ਨਾਨਕ ਦੇਵ ਜੀ ਦੇ ਅਗਾਧ ਸ਼ਰਧਾ ਰੱਖਦੇ ਸਨ। ਆਪ ਦਾ ਜਨਮ 1539 ਈਸਵੀ ਹੋਇਆ ਅਤੇ 1552 ਤੱਕ ਇਹ ਗੁਰਗੱਦੀ 'ਤੇ ਰਹੇ। ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੇ ਕੁੱਲ 63 ਸ਼ਲੋਕ ਹਨ ਜੋ ਵੱਖ-ਵੱਖ ਵਾਰਾਂ ਦੇ ਨਾਲ ਦਿੱਤੇ ਗਏ ਹਨ। ਆਪ ਜੀ ਦੀ ਬਾਣੀ ਦਾ ਮੁੱਖ ਵਿਸ਼ਾ ਗੁਰੂ ਭਗਤੀ ਹੈ। ਜਿਵੇਂ ਆਪਾਂ ਪਹਿਲਾਂ ਦੇਖ ਰਹੇ ਸੀ ਕਿ ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਵਿੱਚ ਸਮੁੱਚੇ ਬ੍ਰਹਮੰਡ ਨੂੰ ਆਪਣੇ ਕਲਾਵੇ ਵਿੱਚ ਲੈਂਦੇ ਹਨ, ਉੱਥੇ ਗੁਰੂ ਅੰਗਦ ਦੇਵ ਜੀ ਦਾ ਪੱਲਾ ਗੁਰੂ ਦਾ ਪੱਲਾ ਘੁੱਟ ਕੇ ਫੜਦੇ ਹਨ ਅਤੇ ਮਨੁੱਖ ਮਾਤਰ ਨੂੰ ਵੀ ਅਜਿਹਾ ਕਰਨ ਦੀ ਸਿੱਖਿਆ ਦਿੰਦੇ ਹਨ। ਸਮੁੱਚੇ ਜੀਵਨ ਵਿੱਚ ਆਪ ਨੇ ਇੱਕ ਅਧਿਆਪਕ ਵਾਂਗ ਬੜੀ ਸੁਖੈਨ ਭਾਸ਼ਾ ਵਿੱਚ ਮੱਤਾਂ ਦਿੱਤੀਆਂ ਹਨ। ਇਹਨਾਂ ਦੀ ਜਿਹੜੀਆਂ ਰਚਨਾਵਾਂ ਸਾਡੇ ਕੋਲ ਹਨ, ਹਉਮੈ ਦੀਰਘ ਰੋਗ ਹੈ। ਉਹਨਾਂ ਨੇ ਦੱਸਿਆ ਹੈ ਕਿ ਜਦੋਂ ਜੀਵ ਹੰਕਾਰਿਆ ਜਾਂਦਾ ਹੈ ਤਾਂ ਉਹ ਪ੍ਰਭੂ ਦੇ ਤੋਂ ਵਿਛੜ ਜਾਂਦਾ ਹੈ ਅਤੇ ਆਵਾਗੁਣ ਚੱਕਰ ਵਿੱਚ ਪਿਆ ਰਹਿੰਦਾ ਹੈ। ਪ੍ਰਭੂ ਦੇ ਸ਼ਬਦ ਕਮਾਉਣ ਨਾਲ ਹੀ ਇਸ ਚੱਕਰ ਤੋਂ ਛੁਟਕਾਰਾ ਮਿਲ ਸਕਦਾ ਹੈ। ਦੂਸਰੀ ਰਚਨਾ ਹੈ ਨਾਨਕ ਚਿੰਤਾ ਮਤ ਕਰੋ। ਇਸ ਵਿੱਚ ਗੁਰੂ ਜੀ ਨੇ ਮਨੁੱਖ ਨੂੰ ਸੰਦੇਸ਼ ਦਿੰਦਿਆਂ ਕਿਹਾ ਹੈ ਕਿ ਸਾਨੂੰ ਕਿਸੇ ਪ੍ਰਕਾਰ ਦੀ ਚਿੰਤਾ ਦੀ ਲੋੜ ਨਹੀਂ। ਜੇਕਰ ਸਾਡਾ ਵਿਸ਼ਵਾਸ ਉਸ ਪਰਮਾਤਮਾ ਵਿੱਚ ਹੈ ਤਾਂ ਸਾਰੀ ਚਿੰਤਾ ਉਸ ਦੀ ਬਣ ਜਾਂਦੀ ਹੈ। ਇਸ ਲਈ ਉਹਨਾਂ ਨੇ ਕਿਹਾ ਵੀ ਨਾਨਕ ਚਿੰਤਾ ਮਤ ਕਰੋ। ਤੀਸਰੀ ਹੈ ਇਹ ਜਗ ਸੱਚੇ ਕੀ ਹੈ ਕੋਠੜੀ ਅਤੇ ਉਸ ਤੋਂ ਅੱਗੇ ਪਵਨ ਗੁਰੂ ਪਾਣੀ ਪਿਤਾ। ਇਹਨਾਂ ਰਚਨਾਵਾਂ ਵਿੱਚ ਮਨੁੱਖ ਨੂੰ ਉਸ ਕਾਦਰ ਦੇ ਹੁਕਮ ਵਿੱਚ ਚੱਲਣ ਦਾ ਅਤੇ ਕਾਦਰ ਦਾ ਸਨਮਾਨ, ਉਹਦੀ ਕੁਦਰਤ ਦਾ ਸਨਮਾਨ ਕਰਨ ਦਾ ਸੰਦੇਸ਼ ਦਿੱਤਾ ਹੈ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ। ਹਵਾ ਨੂੰ ਉਹਨਾਂ ਨੇ ਗੁਰੂ ਦਾ ਦਰਜਾ ਦਿੱਤਾ ਹੈ,
ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਹੈ, ਮਾਤਾ ਨੂੰ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਹੈ। ਤੇ ਅੱਜ ਸਾਨੂੰ ਇਸ ਧਰਤੀ ਨੂੰ ਬਚਾਉਣ ਲਈ, ਇੱਥੇ ਪਾਣੀ ਨੂੰ ਬਚਾਉਣ ਲਈ, ਇਸ ਹਵਾ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਇਸ ਬਾਣੀ ਦੀ ਬਹੁਤ ਲੋੜ ਹੈ। ਅਗਲਾ ਬੰਦ ਹੈ ਨਾਲ ਇਹ ਆਣੇ ਦੋਸਤੀ, ਅਤੇ ਸ਼ਲੋਕਾਂ ਵਿੱਚ ਵੀ ਇਹੀ ਸੰਦੇਸ਼ ਹੈ ਕਿ ਜਿਨ੍ਹਾਂ ਦਾ ਉਸ ਪਰਮਾਤਮਾ ਦਾ ਪਿਆਰ ਹੈ, ਜਿਨ੍ਹਾਂ ਦਾ ਉਸ ਪਰਮਾਤਮਾ ਨਾਲ ਪਿਆਰ ਹੈ, ਉਹ ਆਪਣੇ ਗੁਰੂ ਵਿੱਚ ਵਿਸ਼ਵਾਸ ਕਰਨ ਅਤੇ ਗੁਰੂ ਦੇ ਦੱਸੇ ਹੋਏ ਰਸਤਿਆਂ 'ਤੇ ਚੱਲਣ। ਅੱਗੇ ਹੈ ਸਾਡੀ ਸੂਫੀ ਕਾਵਿਧਾਰਾ। ਇਹਦੇ ਵਿੱਚ ਸਾਡੇ ਕੋਲ ਬਾਬਾ ਫਰੀਦ ਜੀ ਹਨ। ਬਾਬਾ ਫਰੀਦ ਜੀ ਦੇ 2 ਸ਼ਬਦ ਤੇ ਕੁਝ ਸ਼ਲੋਕ ਜਿਹੜੇ ਆ, 37 ਸ਼ਲੋਕ ਜਿਹੜੇ ਆ, ਉਹ ਸਾਡੇ ਸਿਲੇਬਸ ਵਿੱਚ ਲੱਗੇ ਹੋਏ ਹਨ। ਬਾਬਾ ਫਰੀਦ ਜੀ ਸੂਫੀ ਕਾਵਿਧਾਰਾ ਦੇ ਮੋਢੀ ਅਤੇ ਮਹਾਨ ਕਵੀ ਹਨ। ਉਹਨਾਂ ਦੀ ਰਚਨਾ ਵਿੱਚ ਸ਼ਰਈ ਸੂਫੀਅਤ ਦਾ ਪੱਖ ਵਧੇਰੇ ਉਘੜਦਾ ਹੈ। ਆਪ ਦੀ ਰਚਨਾ ਵਿੱਚ ਮਨੁੱਖੀ ਜੀਵਨ ਨੂੰ ਆਦਰਸ਼ਮਈ ਬਣਾਉਣ ਲਈ ਬੜੇ ਉੱਚੇ ਤੇ ਸੁੱਚੇ ਉਪਦੇਸ਼ ਦਰਜ ਹਨ। ਆਪ ਜੀ ਦੇ 4 ਸ਼ਬਦ ਅਤੇ 112 ਸ਼ਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਕਾਵਿ ਜੋਤਾ ਪੁਸਤਕ ਵਿੱਚ ਆਪ ਜੀ ਦੇ 2 ਸ਼ਬਦ ਅਤੇ 37 ਸ਼ਲੋਕ ਜਿਹੜੇ ਆ ਉਹ ਦਰਜ ਹਨ। ਇਹਨਾਂ ਸ਼ਬਦਾਂ ਦੇ ਸ਼ਲੋਕਾਂ ਵਿੱਚ ਫਰੀਦ ਜੀ ਨੇ ਨਮਾਜ਼ ਦੀ ਪਾਬੰਦੀ 'ਤੇ ਵੀ ਜ਼ੋਰ ਦਿੱਤਾ ਹੈ। ਮਨ ਦੀ ਨਿਮਰਤਾ ਤੇ ਸੁਤੰਤਰ ਜੀਵਨ ਦੀ ਤਾਂਘ ਤੇ ਰੱਬੀ ਪ੍ਰੇਮ ਬਾਰੇ ਚਰਚਾ ਕਰਦਿਆਂ ਵਾਰ-ਵਾਰ ਸਾਡਾ ਧਿਆਨ ਦੁਨੀਆ ਦੀ ਨਾਸ਼ਮਾਨਤਾ ਵੱਲ ਦਵਾਇਆ ਹੈ। ਇਹ ਸਾਰਾ ਕੁਝ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਰਸਮੋ ਰਿਵਾਜਾਂ ਵਿੱਚੋਂ ਲਿਆ ਹੈ ਅਤੇ ਠੇਠ ਪੰਜਾਬੀ ਅਤੇ ਪੰਜਾਬੀ ਦਾ ਰੰਗ ਭਰਿਆ ਹੈ। ਸਰਲਤਾ, ਸਪਸ਼ਟਤਾ, ਸਾਦਗੀ, ਲੋਕ ਨਿਕਟਤਾ ਆਪ ਦੀ ਸ਼ੈਲੀ ਦਾ ਪ੍ਰਮੁੱਖ ਗੁਣ ਕਿਹਾ ਜਾ ਸਕਦਾ ਹੈ। ਬਾਬਾ ਫਰੀਦ ਜੀ ਦੇ ਕੁਝ ਸ਼ਲੋਕ ਜਿਹੜੇ ਹਨ ਉਹ ਸਾਨੂੰ ਬਹੁਤ ਹੀ ਪ੍ਰਭਾਵਿਤ ਕਰਦੇ ਹਨ। ਪਹਿਲਾ ਸ਼ਲੋਕ ਜਿਹੜਾ ਸਾਡੇ ਸਿਲੇਬਸ ਵਿੱਚ ਹੈ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖਣਾ ਲੇਖ, ਆਪਣ ਰੇ ਗਿਰਵਾਨ ਮੈਂ ਸਿਰ ਨੀਵਾ ਕਰ ਦੇਖ। ਅਜਿਹੇ ਮਹਾਨ ਵਿਚਾਰ ਗੁਰੂਆਂ ਦੇ ਰਚਨਾਵਾਂ ਆਪਾਂ ਵੇਖੀਆਂ ਅਤੇ ਹੁਣ ਬਾਬਾ ਫਰੀਦ ਜੀ ਦੇ ਵੇਖ ਰਹੇ ਹਨ। ਇਹ 3 ਰਚਨਾਵਾਂ ਉਹ ਗੁਰਮਤਿ ਕਾਵਿਧਾਰਾ, ਸੂਫੀ ਕਾਵਿਧਾਰਾ ਅਧਿਆਤਮਿਕ ਸੁਰ ਵਾਲੀਆਂ ਹਨ। ਇਹਨਾਂ ਤੋਂ ਅਸੀਂ ਅਜਿਹਾ ਉਚੇਰਾ ਜੀਵਨ ਸਿੱਖ ਸਕਦੇ ਹਾਂ, ਜੀਣਾ ਸਿੱਖ ਸਕਦੇ ਹਾਂ ਅਤੇ ਆਪਣੇ ਜੀਵਨ ਨੂੰ ਸਫਲਾ ਕਰ ਸਕਦੇ ਹਾਂ। ਲੋੜ ਹੈ ਕਿ ਇਹਨਾਂ ਰਚਨਾਵਾਂ ਨੂੰ ਆਤਮਸਾਤ ਕਰਨ ਦੀ, ਇਹਨਾਂ ਗੁਰੂਆਂ ਦੀ, ਇਹਨਾਂ ਬਾਬਾ ਫਰੀਦ ਦੇ ਜੀਵਨ ਤੋਂ ਉਹ ਮੁੱਲਾਂ ਨੂੰ ਲੈਣ ਦੀ, ਜਿਨ੍ਹਾਂ ਨਾਲ ਆਪਣਾ ਜੀਵਨ ਨੂੰ ਸੁਧਾਰਿਆ ਜਾ ਸਕਦਾ ਹੋਵੇ। ਅਗਲੀ ਜਿਹੜੀ ਸਾਡੀ ਕਾਵਿਧਾਰਾ ਹੈ ਇਹਦੇ ਵਿੱਚ ਉਹ ਕਿੱਸਾ ਕਾਵਿਧਾਰਾ ਹੈ। ਕਿੱਸਾ ਕਾਵਿਧਾਰਾ ਵਿੱਚ ਸਾਡੇ ਕੋਲ ਦਮੋਦਰ ਜਿਹੜਾ ਹੈ ਉਹ ਸਾਡੇ ਸਿਲੇਬਸ ਵਿੱਚ ਲੱਗਿਆ ਹੋਇਆ ਹੈ। ਦਮੋਦਰ ਕਿੱਸਾ ਕਾਵਿ ਵਿੱਚ ਹੀਰ ਰਾਂਝੇ ਦੀ ਕਹਾਣੀ ਸੰਸਾਰ ਭਰ ਵਿੱਚ ਪ੍ਰਸਿੱਧ ਹੈ। ਇਸ ਦਾ ਕਹਾਣੀ ਦਾ ਮੋਢੀ ਕਵੀ ਦਮੋਦਰ ਹੈ। ਦਮੋਦਰ ਦਾ ਹੀਰ ਰਾਂਝੇ ਦਾ ਕਿੱਸਾ ਯਥਾਰਥ ਦੀਆਂ ਹੱਦਾਂ ਅੰਦਰ ਹੀ ਰਹਿੰਦਾ ਹੈ। ਦਮੋਦਰ ਨੇ ਕਿੱਸੇ ਨੂੰ ਕਈ ਭਾਗਾਂ ਵਿੱਚ ਵੰਡਿਆ ਹੈ ਅਤੇ ਵੱਖ-ਵੱਖ ਥਾਵਾਂ 'ਤੇ ਚੱਲ ਰਹੇ ਬਿਰਤਾਂਤ ਨੂੰ ਉਹਨਾਂ ਥਾਵਾਂ ਅਨੁਸਾਰ ਵੱਖ-ਵੱਖ ਬਿਆਨਿਆ ਹੈ। ਇਸ ਕਿੱਸੇ ਵਿੱਚ ਸਿਆਲਾਂ ਅਤੇ ਖੇੜਿਆਂ ਦੇ ਸਮਾਜਿਕ ਤੌਰ ਤਰੀਕੇ, ਰੋਹ ਰੀਤਾਂ ਅਤੇ ਉਹਨਾਂ ਦੇ ਤੇਜ ਪ੍ਰਤਾਪ ਦੀਆਂ ਗੱਲਾਂ ਕੀਤੀਆਂ ਹਨ। ਕਾਵਿ ਜੋਤਾਂ ਵਿੱਚੋਂ ਇਸ ਕਿੱਸੇ ਵਿੱਚੋਂ 7 ਸਿਰਲੇਖਾਂ ਹੇਠ ਕੁਝ 94 ਹਿੱਸੇ ਜਿਹੜੇ ਹੈ ਉਹਨਾਂ ਨੂੰ ਪੇਸ਼ ਕੀਤਾ ਗਿਆ ਹੈ। ਪਹਿਲਾ ਸਿਰਲੇਖ ਹੈ ਹੀਰ ਦਾ ਜਨਮ ਅਤੇ ਉਸ ਦੇ 12 ਸਾਲ ਤੱਕ ਹੋਣ ਦੀ ਉਸ ਦੀ ਖੂਬਸੂਰਤੀ ਦੀ ਚਰਚਾ, ਉਸ ਦੀ ਸਿਆਣਪ ਦੀ ਚਰਚਾ ਅਤੇ 12 ਸਾਲਾਂ ਬਾਅਦ ਉਹਦਾ ਜਿਹੜਾ ਹੈ ਰਾਂਝੇ ਨਾਲ ਨੇਹ ਪੈ ਜਾਂਦਾ ਹੈ, ਪਿਆਰ ਪੈ ਜਾਂਦਾ ਹੈ, ਇਸ ਗੱਲ ਦੀ ਚਰਚਾ ਕੀਤੀ ਹੈ। ਦੂਸਰੇ ਵਿੱਚ ਰਾਂਝੇ ਦੇ ਜਨਮ ਤੋਂ ਲੈ ਕੇ ਉਹਦੇ 10 ਸਾਲ ਤੱਕ ਉਹਦੇ ਦੱਸਿਆ ਹੈ ਕਿ ਰਾਂਝੇ ਨੇ ਕਿਸ ਤਰ੍ਹਾਂ ਆਪਣੇ ਜੀਵਨ ਵਿੱਚ ਆਰੰਭ ਵਿੱਚ ਕਿਵੇਂ ਉਹ ਕਿੰਨਾ ਖੂਬਸੂਰਤ ਸੀ, ਕਿੰਨੀਆਂ ਦੁਨੀਆ ਉਸ 'ਤੇ ਜਿਹੜੀ ਮੋਹਤ ਹੁੰਦੀ ਸੀਗੀ, ਇਸ ਨੂੰ ਕੀਤਾ ਹੈ। ਇਸ ਦੇ ਪ੍ਰਸੰਗ ਵਿੱਚ ਹੀ ਉਹਦਾ ਤੀਸਰਾ ਜਿਹੜਾ ਹੈ ਬੰਦ ਹੈ ਚੀਰੀ ਕੁੜੀ ਦਾ ਰਾਂਝੇ ਉੱਤੇ ਮੋਹਿਤ ਹੋਣਾ ਸਿਰਲੇਖ ਹੇਠ, ਅਤੇ ਉਸ ਤੋਂ ਅਗਲਾ ਜਿਹੜਾ ਕੁੜੀ ਦੀ ਮਾਂ ਦਾ ਰਾਂਝੇ ਉੱਤੇ ਮੋਹਿਤ ਹੋਣਾ ਇਹ ਸਿਰਲੇਖ। ਇਹਨੇ ਮੂਲ ਮਨਸ਼ਾ ਰਾਂਝੇ ਦੇ ਰੂਪ ਦੀ ਵਡਿਆਈ ਕਰਨਾ ਹੈ, ਉਹਦੇ ਕਿਰਦਾਰ ਦੀ ਵਡਿਆਈ ਕਰਨਾ ਹੈ। ਇਸ ਤੋਂ ਅਗਲਾ 5ਵਾਂ ਜਿਹੜਾ ਹੈ ਉਹ ਹੀਰ ਰਾਂਝੇ ਦਾ ਮੇਲ ਹੈ। ਇਹਦੇ ਵਿੱਚ ਹੀਰ ਅਤੇ ਰਾਂਝੇ ਦੇ ਮੇਲ ਨੂੰ ਵਿਖਾਇਆ ਗਿਆ ਹੈ। ਇਸ ਤੋਂ ਪਹਿਲਾਂ ਮੇਲ ਤੋਂ ਪਹਿਲਾਂ ਰਾਂਝੇ ਨੂੰ 5 ਪੀਰਾਂ ਦੁਆਰਾ ਹੀਰ ਉਹਦੇ ਪੱਲੇ ਵਿੱਚ ਪਾਉਣ ਦਾ ਜਿਹੜਾ ਹੈ ਵਰਣਨ ਹੈ। ਹੀਰ ਰਾਂਝੇ ਦੀ ਪਹਿਲੀ ਮੁਲਾਕਾਤ ਵਿੱਚ ਹੀ ਉਹਨਾਂ ਨੂੰ ਪਿਆਰ ਹੋ ਜਾਣ ਦੀ ਚਰਚਾ ਹੈ।
ਛੇਵਾਂ ਜਿਹੜਾ ਹੈ ਉਹ ਹੈ ਕਾਜੀ ਤੇ ਹੀਰ ਦੀ ਵਾਰਤਾਲਾਪ। ਸਿਰਲੇਖ ਹੇਠ ਦਰਜ ਇਹ ਰਚਨਾ ਵਿੱਚ ਕਾਜੀ ਤੇ ਹੀਰ ਦੀ ਵਾਰਤਾਲਾਪ ਪੇਸ਼ ਕੀਤੀ ਗਈ ਹੈ, ਜਿਸ ਵਿੱਚ ਕਾਜੀ ਚੂਚਕ ਦੇ ਕਹਿਣ ਤੇ ਹੀਰ ਨੂੰ ਰਾਂਝੇ ਨਾਲ ਸੰਬੰਧ ਤੋੜਨ ਲਈ ਡਰਾਉਂਦਾ ਹੈ ਅਤੇ ਹੀਰ ਉਸ ਦਾ ਮੁਕਾਬਲਾ ਕਰਦੀ ਹੋਈ ਦਿਖਾਈ ਗਈ ਹੈ। ਇਸ ਵਿੱਚ ਦਿਖਾਇਆ ਗਿਆ ਹੈ ਕਿ ਉਸ ਵਕਤ ਕਿਸ ਤਰ੍ਹਾਂ ਜਿਹੜੇ ਲੋਕ ਜਿਹੜੇ ਹਨ ਉਹ ਲੋਕ ਮਨੁੱਖੀ ਇੱਛਾਵਾਂ ਦਾ ਕਤਲ ਕਰਦੇ ਸਨ, ਅਤੇ ਜੋ ਧਾਰਮਿਕ ਲੋਕ ਸਨ ਜਿਵੇਂ ਕਾਜੀ ਹੈ ਉਹ ਵੱਢੀ ਲੈ ਕੇ ਰਿਸ਼ਵਤ ਲੈ ਕੇ ਜਿਹੜਾ ਹੈ ਕਿਸੇ ਇੱਕ ਦਾ ਪੱਖ ਪੂਰ ਦਿੰਦਾ ਸੀਗਾ। ਇਸ ਚੀਜ਼ ਨੂੰ ਦਰਸਾਇਆ ਗਿਆ ਹੈ ਅਤੇ ਅੰਤ ਵਿੱਚ ਉਸਨੇ ਹੀਰ ਰਾਂਝੇ ਦਾ ਮੇਲ ਜਿਹੜਾ ਹੈ ਉਸ ਨੂੰ ਮੇਲ ਹੁੰਦਾ ਵਿਖਾਇਆ ਗਿਆ ਹੈ ਅਤੇ ਇਹ ਸਭ ਕੁਝ ਜੋ ਹੈ ਪਰਮਾਤਮਾ ਦੀ ਮਰਜ਼ੀ ਨਾਲ ਹੁੰਦਾ ਹੋਇਆ ਵਿਖਾਇਆ ਗਿਆ ਹੈ। ਕਲਾਤਮਕ ਦ੍ਰਿਸ਼ਟੀ ਤੋਂ ਦਮੋਦਰ ਦੇ ਕਿਸੇ ਛੰਦ ਚੌ ਤੁਕਾ ਦਵਈਆ ਵਰਤਿਆ ਗਿਆ ਹੈ, ਜਿਸ ਦੇ ਬੰਦ ਕਿਤੇ ਕਿਤੇ 4 ਦੀ ਥਾਂ 5, 6 ਜਾਂ 7 ਤੁਕੇ ਵੀ ਹੋ ਜਾਂਦੇ ਹਨ। ਕਿਸੇ ਦੀ ਬੋਲੀ ਜਿਹੜੀ ਹੈ ਉਹ ਲੈਂਦੀ ਹੈ। ਅਗਲੀ ਜਿਹੜੀ ਸਾਡੇ ਕੋਲ ਕਾਵਧਾਰਾ ਹੈ ਉਹ ਵਾਰ ਕਾਵਧਾਰਾ ਹੈ। ਇਸ ਵਿੱਚ ਭਾਈ ਗੁਰਦਾਸ ਜੀ ਸਾਡੇ ਸਿਲੇਬਸ ਵਿੱਚ ਹਨ ਅਤੇ ਉਹਨਾਂ ਦੀਆਂ ਕੁਝ ਰਚਨਾਵਾਂ ਜਿਹੜੀਆਂ ਹਨ ਉਹ ਸਾਡੇ ਕੋਲ ਹੈ, ਵਾਰਾਂ ਦੀਆਂ ਕੁਝ ਰਚਨਾਵਾਂ ਸਾਡੇ ਕੋਲ ਹੈ। ਪਹਿਲੀ ਰਚਨਾ ਹੈ ਧਰੂਪ ਭਗਤ। ਇਸ ਤੋਂ ਪਹਿਲਾਂ ਕਿ ਮੈਂ ਧਰੂਪ ਭਗਤ ਬਾਰੇ ਦੱਸਾਂ, ਤੁਹਾਨੂੰ ਮੈਂ ਦੱਸਣਾ ਚਾਹਾਂਗਾ ਭਾਈ ਗੁਰਦਾਸ ਜੀ ਬਾਰੇ। ਅਦੁੱਤੀ ਪ੍ਰਤਿਭਾ ਮਾਲਿਕ ਸਨ ਅਤੇ ਸਿੱਖ ਜਗਤ ਵਿੱਚ ਬਹੁਤ ਸਨਮਾਨਯੋਗ ਸ਼ਖਸੀਅਤ ਸਨ। ਆਪ ਸਿੱਖ ਧਰਮ ਦੇ ਪ੍ਰਮੁੱਖ ਪ੍ਰਚਾਰਕ ਮੰਨੇ ਜਾਂਦੇ ਹਨ। ਉਹਨਾਂ ਨੂੰ ਸਿੱਖ ਧਰਮ ਵਿੱਚ ਉਹੀ ਦਰਜਾ ਪ੍ਰਾਪਤ ਹੈ ਜੋ ਈਸਾਈ ਧਰਮ ਵਿੱਚ ਸੈਂਟ ਪਾਲ ਨੂੰ ਹੈ। ਆਪ ਬ੍ਰਿਜ ਭਾਸ਼ਾ, ਸੰਸਕ੍ਰਿਤ, ਫਾਰਸੀ, ਅਰਬੀ ਅਤੇ ਪੰਜਾਬੀ ਦੇ ਬੜੇ ਉੱਚੇ ਦਰਜੇ ਦੇ ਵਿਦਵਾਨ ਸਨ। ਭਾਰਤੀ ਇਤਿਹਾਸ, ਮਿਥਿਹਾਸ, ਗੁਰਮਤ, ਰਹੱਸ ਅਤੇ ਫਿਲਾਸਫੀ ਦਾ ਆਪ ਨੂੰ ਸੰਪੂਰਨ ਗਿਆਨ ਸੀ। ਇਸ ਲਈ ਆਪ ਦੀ ਰਚਨਾ ਨੂੰ ਅਧਿਆਤਮਿਕ ਗਿਆਨ ਦਾ ਮਹਾਨ ਕੋਸ਼ ਅਤੇ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਹਾ ਜਾਂਦਾ ਹੈ। ਕਾਵਿ-ਜੋਤ ਵਿੱਚ ਆਪ ਦੀਆਂ ਰਚਨਾਵਾਂ ਜਿਹੜੀਆਂ ਹਨ 10 ਸਿਰਲੇਖਾਂ ਹੇਠ ਦਰਜ ਹੈ। ਸਾਰੀਆਂ ਵਾਰਾਂ ਦਾ ਕੇਂਦਰੀ ਭਾਵ ਉਹ ਇਹ ਹੈ ਕਿ ਮਨੁੱਖੀ ਮਾਤਰ ਜਦੋਂ ਵੀ ਕਿਸੇ ਸਮੱਸਿਆ ਜਾਂ ਗਿਰਾਵਟ ਵਿੱਚ ਚਲਾ ਜਾਵੇ, ਜੇਕਰ ਉਹ ਪ੍ਰਭੂ ਭਗਤੀ ਸ਼ੁਰੂ ਕਰ ਦੇਵੇ ਤਾਂ ਉਸ ਦਾ ਲੌਕਿਕ ਅਤੇ ਪਾਰਲੌਕਿਕ ਉਧਾਰ ਹੋ ਜਾਂਦਾ ਹੈ। ਦੁਨਿਆਵੀ ਮੋਹ ਮਾਇਆ ਨਾਲ ਉਹਦਾ ਯੁੱਧ ਹੁੰਦਾ ਹੈ ਅਤੇ ਗੁਰੂ ਦੇ ਰਸਤੇ 'ਤੇ ਚੱਲਦਾ ਹੋਇਆ ਉਹ ਇਹਨਾਂ ਤੋਂ ਪਾਰ ਹੋ ਜਾਂਦਾ ਹੈ। ਆਪਣੀਆਂ ਇਹਨਾਂ ਰਚਨਾਵਾਂ ਵਿੱਚ ਇਤਿਹਾਸਕ ਅਤੇ ਮਿਥਿਹਾਸਿਕ ਹਵਾਲੇ ਜਿਵੇਂ ਧਰੂਪ ਭਗਤ, ਪ੍ਰਹਲਾਦ ਭਗਤ, ਸਿੱਧਾ ਨਾਲ ਗੋਸ਼ਟ, ਰਾਜਾ ਹਰੀ ਚੰਦ ਅਤੇ ਤਾਰਾ ਰਾਣੀ ਆਦਿ ਦੀ ਵਰਤੋਂ ਕਰਕੇ ਵੀ ਗੁਰਮਤਿ ਦੀ ਵਿਆਖਿਆ ਕੀਤੀ ਹੈ। ਭਾਈ ਗੁਰਦਾਸ ਜੀ ਦੁਆਰਾ ਬਹੁਤੇ ਭਾਵਾਂ ਦਾ ਜਾਂ ਵਿਚਾਰਾਂ ਨੂੰ ਬਹੁਤ ਥੋੜ੍ਹੇ ਸ਼ਬਦਾਂ ਵਿੱਚ ਕਹਿਣ ਦੀ ਖੂਬੀ ਕਾਰਨ ਆਪਣੀਆਂ ਕਾਵਿ ਤੁਕਾਂ ਅਖਾਣਾਂ ਦਾ ਰੂਪ ਧਾਰਨ ਕਰ ਜਾਂਦੀਆਂ ਹਨ। ਵੈਸੇ ਵੀ ਹਰ ਪੌੜੀ ਦੀ ਅੰਦਰਲੀ ਤੁਕ ਅਟਲ ਸੱਚਾਈ ਦੇ ਰੂਪ ਵਿੱਚ ਪੇਸ਼ ਹੋਈ ਹੈ, ਜਿਵੇਂ ਹਾਰ ਚੱਲੇ ਗੁਰਮੁਖ ਜਗਜੀਤਾ, ਕਾਵਾਂ ਰੌਲੀ ਮੂਰਖ ਸੰਗੈ, ਬਾਜ ਗੁਰੂ ਡੁੱਬਾ ਸੰਸਾਰ, ਸਾਧ ਸੰਗਤ ਵਿਟੋ ਕੁਰਬਾਨੀ, ਬਿਨ ਦਿੱਤੇ ਕਿਛ ਹਾਥ ਨਾ ਆਏ। ਦੂਸਰੀ ਪੁਸਤਕ ਹੈ ਗਦ ਦਰਪਣ। ਪੁਸਤਕ ਗਦ ਦਰਪਣ ਦੇ ਨਿਬੰਧਾਂ ਦੀ ਚੋਣ ਸਮੇਂ ਖਿਆਲ ਰੱਖਿਆ ਗਿਆ ਕਿ ਇਹ ਪੰਜਾਬੀ ਵਾਰਤਕ ਦੇ ਉਹ ਨਿਬੰਧ ਸ਼ਾਮਿਲ ਕੀਤੇ ਜਾਣ ਜੋ ਵਿਦਿਆਰਥੀਆਂ ਲਈ ਦਿਲਚਸਪੀ ਦੇ ਨਾਲ ਨਾਲ ਵਿਚਾਰਾਂ ਪੱਖੋਂ ਵੀ ਨਵੀਂ ਪ੍ਰੇਰਨਾ ਬਣ ਸਕਣ। ਇਹ ਨਿਬੰਧ ਗਿਆਨ ਅਤੇ ਅਨੁਭਵ ਦਾ ਸੁੰਦਰ ਸੰਗਮ ਹਨ। ਇਹਨਾਂ ਨਿਬੰਧਾਂ ਦਾ ਇੱਕ ਪਹਿਲੂ ਇਹ ਵੀ ਹੈ ਕਿ ਇਹਨਾਂ ਦੇ ਝਰੋਖੇ ਰਾਹੀਂ ਪੰਜਾਬੀ ਸੱਭਿਆਚਾਰ ਅਤੇ ਸਮੁੱਚੀ ਪੰਜਾਬੀ ਰਹਿਤਲ ਦਾ ਭਰਪੂਰ ਬਿੰਬ ਵੀ ਪ੍ਰਸਤੁਤ ਹੋਇਆ ਹੈ। ਮਿਸਾਲ ਵਜੋਂ ਸ਼ਰਧਾ ਰਾਮ ਫਲੋਰੀ ਦੇ ਨਿਬੰਧ ਵਿੱਚ ਪੰਜਾਬੀ ਰਹਿਤਲ ਦੇ ਨਿੱਕੇ ਨਿੱਕੇ ਨੰਨੇ ਵੇਰਵਿਆਂ ਵਿੱਚੋਂ ਜ਼ਿੰਦਗੀ ਦੀ ਜੀਵਨ ਝਾਂਕੀ ਉਗੜੀ ਹੈ। ਇਸ ਨਿਬੰਧ ਵਿੱਚ ਪੰਜਾਬੀਆਂ ਦੇ ਚਰਿੱਤਰ ਨੂੰ ਬੜਾ ਸਹਿਜ ਪ੍ਰਮਾਣਿਕ ਪ੍ਰਗਟਾਵਾ ਮਿਲਿਆ ਹੈ। ਪਰ ਇਸੇ ਤਰ੍ਹਾਂ ਪ੍ਰੋਫੈਸਰ ਪੁਰਦਰ ਸਿੰਘ ਦਾ ਨਿਬੰਧ ਵਤਨ ਦਾ ਪਿਆਰ ਵਾਰਤਕ ਦੀ ਇੱਕ ਅਜਿਹੀ ਉੱਤਮ ਸਿਰਜਣਾਤਮਕ ਪ੍ਰਾਪਤੀ ਹੈ ਜਿਸ ਵਿੱਚ ਜਜ਼ਬਿਆਂ ਦੀ ਤਰਲਤਾ ਅਤੇ ਵਿਚਾਰਾਂ ਦੀ ਗਹਿਰਾਈ ਦਾ ਅਨੋਖਾ ਸੁਮੇਲ ਹੈ। ਵਤਨ ਦੇ ਪਿਆਰ ਨੂੰ ਇੱਕ ਵਿਆਪਕ ਸੰਦਰਭ ਨਾਲ ਜੋੜ ਕੇ ਪ੍ਰੋਫੈਸਰ ਪੂਰਨ ਸਿੰਘ ਨੇ ਮਾਨਵੀ ਜੀਵਨ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਅਗਲਾ ਨਿਬੰਧ ਲਾਲ ਸਿੰਘ ਕਮਲਾ ਕਾਲੀ ਦਾ ਨਿਬੰਧ ਭੇਡ ਚਾਲ ਉਸ ਸਮੇਂ ਉਸ ਸੋਚ ਅਤੇ ਕਰਨੀ ਉੱਪਰ ਕਟਾਕਸ਼ ਹੈ ਜੋ ਆਪਣੀ ਪਰੰਪਰਾ ਨਾਲੋਂ ਨਿਖੜ ਕੇ ਅੰਦਰੋਂ ਖੋਖਲੀ ਹੋ ਰਹੀ ਹੈ। ਇਹ ਨਿਬੰਧ ਭਾਰਤੀ ਸੰਸਕ੍ਰਿਤੀ ਦੇ ਗੌਰਵ ਦੀ ਵੀ ਪਛਾਣ ਕਰਾਉਂਦਾ ਹੈ। ਪ੍ਰਿੰਸੀਪਲ ਤੇਜਾ ਸਿੰਘ ਦਾ ਨਿਬੰਧ ਗੁਸਲਖਾਨਾ ਇੱਕ ਨਿਵੇਕਲੀ ਚਿੱਤਰ ਵਾਲੀ ਰਚਨਾ ਹੈ।
ਇਸ ਦੀ ਪ੍ਰਾਪਤੀ ਸਧਾਰਨ ਵਿੱਚੋਂ ਅਸਧਾਰਨ ਅਰਥ ਤਲਾਸ਼ ਕਰ ਸਕਣਾ ਹੈ। ਇਹ ਨਿਬੰਧ ਜੀਵਨ ਦੀ ਉਸ ਝਾਕੀ ਨੂੰ ਪ੍ਰਗਟਾਉਂਦਾ ਹੈ ਜੋ ਅਤ ਮਹੱਤਵ ਵਾਲੀ ਹੋ ਕੇ ਵੀ ਅਣਗੌਲੀ ਰਹਿ ਜਾਂਦੀ ਹੈ। ਪ੍ਰੋਫੈਸਰ ਸਾਹਿਬ ਸਿੰਘ ਦਾ ਨਿਬੰਧ ਘਰ ਵਿੱਚ ਹੀ ਗੁਰਿਆਈ ਇੱਕ ਬੜਾ ਆਨੰਦ ਅਰਥ ਭਰਪੂਰ ਨਿਬੰਧ ਹੈ ਜੋ ਗੁਰੂ ਘਰ ਸੰਬੰਧੀ ਭਾਏ ਭਰਮਾਂ ਦਾ ਤਰਕਸ਼ੀਲ ਪ੍ਰਤੀ ਉੱਤਰ ਹੈ। ਇਹ ਨਿਬੰਧ ਸਿਰਫ ਗੁਰੂ ਸਾਹਿਬਾਨਾਂ ਸੰਬੰਧੀ ਹੀ ਨਹੀਂ ਬਲਕਿ ਉਹਨਾਂ ਪੱਛਮੀ ਵਿਦਵਾਨਾਂ ਦੇ ਭਰਮ ਜਾਲ ਤੋਂ ਮੁਕਤ ਕਰਾਉਂਦਾ ਹੈ ਜਿਨ੍ਹਾਂ ਨੇ ਭਾਰਤੀ ਚਿੰਤਨ ਅਤੇ ਇਤਿਹਾਸ ਨੂੰ ਗੰਦਲਾ ਕੀਤਾ ਹੈ। ਗੁਰਬਖਸ਼ ਸਿੰਘ ਦਾ ਨਿਬੰਧ ਮੇਰਾ ਨਿਸਫਲ ਪਿਆਰ ਪੰਜਾਬੀ ਵਾਰਤਾ ਦੀ ਬੜੀ ਸੁੰਦਰ ਮਿਸਾਲ ਹੈ ਜਿਸ ਵਿੱਚ ਲੇਖਕ ਨੇ ਆਪਣੀ ਸੋਚਣੀ ਪਿਆਰ ਕਬਜ਼ਾ ਨਹੀਂ ਪਹਿਚਾਣ ਹੈ ਨੂੰ ਬੜੀ ਸੂਖਮਤਾ ਨਾਲ ਪ੍ਰਗਟਾਇਆ ਹੈ। ਬਲਰਾਜ ਸਾਹਨੀ ਦਾ ਨਿਬੰਧ ਗੁਰਬਾਣੀ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਅਤੇ ਇਸ ਵਿਚਾਰਧਾਰਾ ਦੇ ਮਾਨਵੀ ਸਰੋਕਾਰਾਂ ਦੀ ਪੇਸ਼ਕਾਰੀ ਕਰਦਾ ਹੈ। ਗੁਰਬਾਣੀ ਦੀ ਅੰਤਰ ਆਤਮਾ ਨੂੰ ਪ੍ਰਗਟਾਉਂਦਿਆਂ ਬਲਰਾਜ ਸਾਹਨੀ ਨੇ ਸਮਕਾਲੀ ਸੰਕੀਰਣਤਾ ਉੱਪਰ ਵਿਅੰਗ ਕੀਤਾ ਹੈ ਜੋ ਮਾਨਵੀ ਭਿੱਖ ਨੂੰ ਡੁਬੋ ਰਹੀ ਹੈ। ਗੁਰਬਾਣੀ ਦੇ ਰਾਸ਼ਟਰੀ ਚਰਿੱਤਰ ਦੀ ਪਛਾਣ ਕਰਾਉਂਦਿਆਂ ਬਲਰਾਜ ਸਾਹਨੀ ਨੇ ਇਸ ਨੂੰ ਭਾਰਤ ਦੀ ਵਿਚਾਰਧਾਰਕ ਅਖੰਡਤਾ ਦਾ ਮਾਡਲ ਸਵੀਕਾਰਿਆ ਹੈ। ਬਲਵੰਤ ਗਾਰਗੀ ਦਾ ਨਿਬੰਧ ਨਾਟਕ ਦੀ ਨੱਕੜਦਾਦੀ ਉਸ ਮਹਾਨ ਸ਼ਖਸੀਅਤ ਦਾ ਰੇਖਾ ਚਿੱਤਰ ਹੈ ਜਿਸ ਨੇ ਪੰਜਾਬੀ ਨਾਟਕ ਨੂੰ ਧਰਤੀ ਨਾਲ ਜੋੜਿਆ। ਸ਼੍ਰੀਮਤੀ ਨੋਰਾ ਰਚੇਟ ਦਾ ਇਹ ਰੇਖਾ ਚਿੱਤਰ ਨਵੇਂ ਪੰਜਾਬੀ ਨਾਟਕਕਾਰਾਂ ਲਈ ਮੂਲ ਪ੍ਰੇਰਨਾ ਸਰੋਤ ਬਣਦਾ ਹੈ। ਗਿਆਨੀ ਗੁਰਦਿੱਤ ਸਿੰਘ ਦਾ ਨਿਬੰਧ ਸੰਤਾ ਸਤਲੁਜ ਦਾ ਪੰਜਾਬੀ ਸੱਭਿਆਚਾਰ ਦੇ ਉਸ ਪੱਖ ਉੱਪਰ ਰੋਸ਼ਨੀ ਪਾਉਂਦਾ ਹੈ ਜੋ ਲੋਕਾਂ ਦੇ ਵਹਿਮਾਂ ਭਰਮਾਂ ਦੇ ਵਿਸ਼ਵਾਸਾਂ ਨਾਲ ਸੰਬੰਧਿਤ ਹੈ। ਝੂਠੇ ਪਖੰਡਾਂ ਉੱਪਰ ਵਿਅੰਗ ਕਰਕੇ ਗਿਆਨੀ ਗੁਰਦਿੱਤ ਸਿੰਘ ਨੇ ਪੰਜਾਬੀਆਂ ਦੇ ਭੋਲੇ ਕਿਰਦਾਰ ਦੀ ਨਿਸ਼ਾਨਦੇਹੀ ਕੀਤੀ ਹੈ। ਹਰਿੰਦਰ ਸਿੰਘ ਰੂਪ ਦੇ ਨਿਬੰਧ ਚਿੱਤਰ ਕਲਾ ਦੀ ਸਮਰੱਥਾ ਵਿੱਚ ਕਲਾ ਦੇ ਕਰਤੱਵ ਅਤੇ ਇਸ ਦੀ ਕਿਰਤਾਰੀ ਸ਼ਕਤੀ ਨੂੰ ਪ੍ਰਗਟਾਇਆ ਗਿਆ ਹੈ। ਸ਼੍ਰੀ ਜਗਦੀਸ਼ ਪ੍ਰਸਾਦ ਕੌਸ਼ਿਕ ਦੇ ਨਿਬੰਧ ਖੁਦਾ ਬਚਾਵੇ ਚੁਗਲਖੋਰਾਂ ਤੋਂ ਵਿੱਚ ਚੁਗਲੀ ਨੂੰ ਇੱਕ ਕਲਾ ਵਾਂਗ ਵਰਤਣ ਦੀ ਰੁਚੀ ਉੱਪਰ ਵਿਅੰਗ ਕੀਤਾ ਗਿਆ ਹੈ। ਪੁਸਤਕ ਦਾ ਆਖਰੀ ਨਿਬੰਧ ਭਾਰਤ ਦੇ ਮਹਾਨ ਸਪੂਤ ਬਾਬਾ ਅੰਬੇਦਕਰ ਸਾਹਿਬ ਦੇ ਜੀਵਨ ਉਹਨਾਂ ਦੀ ਕਥਨੀ ਅਤੇ ਕਰਨੀ ਦਾ ਬਿਊਰਾ ਪੇਸ਼ ਕਰਦੇ ਹਨ। ਇਹ ਨਿਬੰਧ ਵਿਦਵਾਨ ਸੰਪਾਦਕਾਂ ਦਾ ਸਾਂਝਾ ਸਿਰਜਣਾਤਮਕ ਯਤਨ ਹੈ। ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਇਹ ਨਿਬੰਧ ਵੀ ਸਾਡੇ ਜੀਵਨ ਵਿੱਚ ਬਹੁਤ ਲਾਹੇਵੰਦ ਹੋ ਸਕਦੇ ਹਨ। ਧੰਨਵਾਦ।